ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਵੀ ਵਿੱਚ ਆ ਜਾਵਾਂ ਤੇ ਹੋਰ ਸੁਣਾਓ, ਤੁਹਾਡਾ ਕੀ ਹਾਲ ਚਾਲ ਹੈ ਸਾਰਿਆਂ ਦਾ? ਤੇ ਸਭ ਠੀਕ ਠਾਕ ਹੋ? ਤੇ ਗਰਮੀਆਂ ਕਿਵੇਂ ਨਿਕਲ ਰਹੀਆਂ ਨੇ ਸਰਦਾਰ ਭਗਵੰਤ ਸਿੰਘ ਦੇ ਰਾਜ ਦੇ ਵਿੱਚ? ਤੇ ਅੱਜ ਸਾਡਾ ਜਿਹੜਾ ਟੌਪਿਕ ਹੈ ਉਹ ਮੈਂ ਸਿਰਫ 2 ਮਿੰਟ 'ਚ ਆ ਗਿਆ, ਤੇ 2 ਮਿੰਟ 'ਚ ਆ ਕੇ ਤੁਹਾਡਾ ਸ਼ੇਅਰ ਕਰ ਲਿਆ, ਕਿਉਂਕਿ ਇੱਥੇ ਕੈਮਰਾਮੈਨ ਵੀ ਨਹੀਂ ਹਾਂ, ਐਕਟਰ ਵੀ ਅਸੀਂ ਹਾਂ ਤੇ ਡਿਸਕਸ਼ਨ ਵੀ ਅਸੀਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਅੱਜ ਦਾ ਟੌਪਿਕ ਹੈ ਸੱਚਾ ਵਿਹਾਰ, ਵਿਹਾਰ ਦੇ ਸੱਚੇ ਹੋਣਾ, ਤੇ ਸੈਕਿੰਡ ਝੂਠ ਤੋਂ ਦੂਰ ਰਹਿਣਾ। ਝੂਠ ਤੋਂ ਦੂਰ ਰਹਿਣਾ। ਤੇ ਇਹਦੀ ਜਿਹੜੀ ਭੂਮਿਕਾ ਆ, ਇਹਦਾ ਜਿਹੜਾ ਸਟਾਰਟਿੰਗ ਹੈ ਉਹ ਮੰਮੀ ਥੋੜ੍ਹਾ ਤੁਹਾਨੂੰ ਦੱਸਣਗੇ, ਫਿਰ ਮੈਂ ਇਹਦੇ ਵਿੱਚ ਜੋ ਮੈਨੂੰ ਲੱਗੇਗਾ ਤਾਂ ਮੈਂ ਫਿਰ ਉਹਦੇ ਵਿੱਚ ਆਪਣਾ ਸ਼ੇਅਰ ਪਾਵਾਂਗਾ। ਦੱਸੋ ਥੋੜ੍ਹਾ ਜਿਹਾ। ਬੇਟਾ, ਜੋ ਮੇਰਾ ਜ਼ਿੰਦਗੀ ਦਾ ਤਜਰਬਾ ਹੈ, ਮੈਂ ਇਹ ਤੇ ਕਹਿ ਸਕਦੀ ਹਾਂ ਕਿ 90-95% ਮੇਰਾ ਸੱਚ ਹੁੰਦਾ ਹੈ, ਤੇ 5% ਜਿਹੜਾ ਹੈ ਅਸੀਂ ਵੀ ਕਲਯੁਗੀ ਬੰਦੇ ਹਾਂ। ਹੋ ਸਕਦਾ ਬਚਪਨ 'ਚ, ਹੋ ਸਕਦਾ ਕਿਸੇ ਕਾਰਨ ਥੋੜ੍ਹਾ ਬਾਹਲਾ ਕਿਤੇ ਮੂੰਹ ਨਿਕਲ ਵੀ ਜਾਂਦਾ, ਤੇ ਉਹ ਮਾਫੀ ਮੰਗਦੇ ਆ ਸਾਰਿਆਂ ਤੋਂ, ਮਹਾਰਾਜ ਤੋਂ। ਕਿਸੇ ਤਰ੍ਹਾਂ ਨਹੀਂ ਹੋਣਾ ਚਾਹੀਦਾ ਝੂਠ। ਜੋ ਝੂਠ ਦੇ ਵਿੱਚ ਕੋਈ ਮਜ਼ਾ ਨਹੀਂ, ਕੋਈ ਖੁਸ਼ੀ ਨਹੀਂ, ਤੇ ਸੱਚ ਦੇ ਵਿੱਚ ਬਹੁਤ ਖੁਸ਼ ਹੈ। ਸੱਚ ਦੇ ਵਿੱਚ ਮਾਲਕ ਵੱਲੋਂ ਵੀ ਸੱਚੇ, ਘਰ ਪਰਿਵਾਰ ਵੱਲੋਂ ਵੀ ਸੱਚੇ, ਸਮਾਜ ਵਿੱਚ ਵੀ ਸੱਚੇ, ਤੇ ਤੁਹਾਡੇ ਤੋਂ ਲੋਕ ਇੰਨਾ ਵਿਸ਼ਵਾਸ ਕਰਦੇ ਨੇ, ਘਰ ਪਰਿਵਾਰ ਵੀ ਕਰਦਾ ਹੈ, ਆਸ ਪਾਸ ਵਾਲੇ ਵੀ ਕਰਦੇ ਨੇ, ਸਮਾਜ ਵਾਲੇ ਵੀ ਕਰਦੇ ਨੇ ਵੀ ਉਹ ਬੰਦਾ ਵੀ ਫਲਾਣਾ ਬਹੁਤ ਹੀ ਅੱਛਾ ਹੈ, ਕੋਈ ਝੂਠ ਨਹੀਂ ਕਰਦਾ। ਤੇ ਜਿਹੜੇ ਬੰਦੇ ਫਿਰ ਝੂਠ ਨੂੰ ਜ਼ਿਆਦਾ ਕਰਦੇ ਨੇ, ਉਸ ਚੀਜ਼ਾਂ ਦਾ ਫਿਰ ਤੁਹਾਨੂੰ ਪਤਾ ਹੀ ਹੈ, ਕੋਈ ਸਾਥ ਨਹੀਂ ਕਰਦਾ, ਕੋਈ ਉਹਨਾਂ ਦੇ ਨਾਲ ਮੇਲ ਭਾਜੀ ਨਹੀਂ ਕਰਦਾ, ਰੱਖਦਾ। ਤੇ ਮੈਂ ਤੇ ਇਹੀ ਕਹਾਂਗੀ ਕਿ ਘੱਟ ਬੋਲ ਲਵੋ, ਥੋੜ੍ਹਾ ਬੋਲ ਲਵੋ, ਜਿੰਨਾ ਵੀ ਬੋਲਣਾ ਹੈ ਉਹ ਵਧੀਆ ਬੋਲੋ, ਤੇ ਵਧੀਆ ਉਹ ਬੋਲੋ। ਮੈਂ ਸੱਚ ਨੂੰ ਜ਼ਿਆਦਾ ਪਸੰਦ ਕਰਦੀ ਹਾਂ, ਤੇ ਇਸ ਕਰਕੇ ਬਸ ਮੈਨੂੰ ਬਹੁਤ ਵਧੀਆ ਲੱਗਦਾ। ਦੇਖੋ ਮੰਮੀ ਹੋਣਾ ਨੇ ਨਾ ਬੜਾ ਵਧੀਆ ਸੱਚ ਨੂੰ ਬਿਆਨ ਕੀਤਾ ਹੈ। ਤੇ ਚਲੋ ਇਹ ਗੱਲਾਂ ਸਭ ਨੂੰ ਪਤਾ, ਸੱਚ ਚੰਗਾ ਆ, ਝੂਠ ਮਾੜਾ ਆ, ਆਪਾਂ ਗੱਲਾਂ ਕਰਦੇ ਰਹਿੰਦੇ ਹਾਂ। ਪਰ ਆਮ ਰੋਜ਼ ਦੀ ਜਿਹੜੀ ਦਿਨਚਰਿਆ ਦੀ ਜਿਹੜੀ ਆਪਣੀ ਜ਼ਿੰਦਗੀ ਹੈ, ਉਹਦੇ ਵਿੱਚ ਸੱਚ ਦੀ ਜਿਹੜੀ ਮਹੱਤਤਾ ਹੈ ਪ੍ਰੈਕਟੀਕਲੀ ਬਹੁਤ ਜ਼ਿਆਦਾ ਹੈ। ਇਹ ਤਾਂ ਆਮ ਭਾਸ਼ਾ 'ਚ ਹੈ ਵੀ ਯਾਰ ਸੱਚ ਬੋਲੋ, ਝੂਠ ਬੋਲੋ, ਇਹ ਤਾਂ ਨਾ ਬੋਲੋ। ਇਹ ਤਾਂ ਆਪਾਂ ਨੂੰ ਜਦੋਂ ਫਸਟ ਕਲਾਸ 'ਚ ਆਪਾਂ ਸਕੂਲ 'ਚ ਕਿਤੇ ਜਾਂਦੇ ਸੀ ਤੇ ਕੰਨਾਂ 'ਤੇ ਵੀ ਇਹ ਚੀਜ਼ਾਂ ਹੁੰਦੀਆਂ ਸੀ, ਹੈ ਨਾ। ਸੱਚ ਤੇ ਝੂਠ ਦਾ ਪਾਠ ਤਾਂ ਆਪਾਂ ਨੂੰ ਸ਼ੁਰੂ ਤੋਂ ਪੜ੍ਹਾਇਆ ਗਿਆ। ਅਸੀਂ ਰਾਮਾਇਣ ਦੇਖੀ, ਅਸੀਂ ਮਹਾਭਾਰਤ ਦੇਖੀ, ਚੰਗਿਆਈ ਦੀ ਬੁਰਾਈ 'ਤੇ ਜਿੱਤ ਦੇਖੀ, ਸਾਰੀਆਂ ਜਿਹੜੀ ਸਾਡੀ ਹਿਸਟਰੀ ਹੈ, ਸਾਡੀਆਂ ਸਟੋਰੀਜ਼ ਨੇ, ਉਸ ਬੇਸ 'ਤੇ ਨੇ। ਪਰ ਫਿਰ ਵੀ ਇਸ ਚੀਜ਼ 'ਤੇ ਅਮਲ ਕੋਈ ਕਰਦਾ ਹੈ। ਹੁਣ ਬੰਦਾ ਇਹਦੀ ਐਗਜ਼ਾਮਪਲ ਆਪਣੇ ਕਿੱਤੇ 'ਚ ਦੇ ਸਕਦਾ ਹੈ, ਜੈਸੇ ਸਰਕਲ ਦੇ ਵਿੱਚ ਰਹਿੰਦਾ ਆ ਉੱਥੋਂ ਦੇ ਸਕਦਾ ਹੈ, ਜਾਂ ਜੈਸੇ ਐਕਸਪੀਰੀਅੰਸਿਸ ਕਰਦਾ ਆ ਉਸ ਬੇਸ 'ਤੇ ਦੇ ਸਕਦਾ ਹੈ। ਹੁਣ ਜਿੱਦਾਂ ਮੇਰਾ ਜਿਹੜਾ ਫੀਲਡ ਹੈ, ਜਿੱਥੋਂ ਮੈਂ ਆਪਣੀ ਬ੍ਰੈਡ ਐਂਡ ਬਟਰ ਅਰਨ ਕਰਦਾ, ਯਾਨੀ ਕਿ ਪੰਜਾਬੀ ਭਾਸ਼ਾ 'ਚ ਜਿੱਥੋਂ ਮੈਂ ਆਪਣੀ ਰੋਟੀ ਕਮਾਉਂਦਾ ਹੈ, ਉਹ ਫੀਲਡ ਹੈਗਾ ਆ, ਮੈਂ ਇੱਕ ਪ੍ਰਿੰਸੀਪਲ ਵੀਜ਼ਾ ਕੰਸਲਟੈਂਟ ਹਾਂ, ਜਿਹੜਾ ਕਿ ਮੈਨੂੰ 10-12 ਸਾਲ ਹੋ ਗਏ ਹਨ ਇਸ ਲਾਈਨ ਦੇ ਵਿੱਚ। ਜ਼ਿਆਦਾ ਹੀ ਹੋ ਗਏ ਨੇ। ਤੇ ਮੈਂ ਜਦੋਂ ਇਸ ਫੀਲਡ ਦੇ ਵਿੱਚ ਆਇਆ ਸੀਗਾ, ਤੇ ਮੈਂ ਇਹੀ ਸੋਚ ਕੇ ਆਇਆ ਸੀਗਾ ਸ਼ੁਰੂ ਤੋਂ ਹੀ ਵੀ ਜੇ ਕਿਸੇ ਦਾ ਫਾਇਦਾ ਹੋਵੇ ਨਾ ਹੋਵੇ, ਪਰ ਨੁਕਸਾਨ ਕਿਸੇ ਦਾ ਮੇਰੇ ਵੱਲੋਂ ਜਾਣ-ਬੁੱਝ ਕੇ ਨਹੀਂ ਹੋਣਾ ਚਾਹੀਦਾ। ਲੇਕਿਨ ਐਜ਼ ਦਾ ਟਾਈਮ ਪੈਸੇਜ ਮੈਂ ਲੋਕਾਂ ਨੂੰ ਇਹਦੇ ਵਿੱਚ, ਸਾਡੇ ਤੋਂ ਬਹੁਤ ਲੋਕ ਬਾਅਦ 'ਚੋਂ ਆਏ ਤੇ ਬਹੁਤ ਅੱਗੇ ਤੱਕ ਪੈਸੇ ਵਾਈਜ਼ ਬਹੁਤ ਪਹੁੰਚ ਗਏ। ਹੁਣ ਗੱਲ ਇਹ ਹੈ ਕਿ ਕੰਮ ਸਾਡੇ ਕੋਲ ਵੀ ਹੋਈ ਹੈ, ਕੰਮ ਉਹਨਾਂ ਕੋਲ ਵੀ ਹੋਈ ਹੈ। ਹੁਣ ਇਹਦੇ ਵਿੱਚ ਆ ਗਿਆ ਝੂਠ ਤੇ ਸੱਚ। ਤੁਸੀਂ ਇੱਕ ਬਹੁਤ ਵਧੀਆ ਲੋਕੈਲਿਟੀ 'ਚ ਬਹਿ ਗਏ, ਬਹੁਤ ਵਧੀਆ ਰੈਂਟਲ ਪ੍ਰੈਮਿਸਿਸ ਖਰੀਦ ਲਈ, ਜਿਹਨੂੰ ਆਪਾਂ ਬਿਜ਼ਨਸ ਕਹਿੰਦੇ ਆਪਾਂ, ਬਹੁਤ ਅੱਛੇ ਬਿਜ਼ਨਸਮੈਨ ਆ। ਉਹੀ ਪ੍ਰੋਡਕਟ ਆ, ਉਹੀ ਰੂਲ ਨੇ, ਉਹੀ ਜਾਣ ਦਾ ਤਰੀਕਾ ਆ, ਉਹੀ ਕਾਲਜ ਨੇ, ਉਹੀ ਯੂਨੀਵਰਸਿਟੀਆਂ ਨੇ, ਉਹੀ ਵੀਜ਼ੇ ਨੇ। ਉਹ ਤੇ ਉੱਥੇ ਜਾ ਕੇ ਜਿਹੜੇ ਲੋਕ ਹੋ, ਉਹ ਤੁਸੀਂ 50,000, ਲੱਖ, 2 ਲੱਖ, 3 ਲੱਖ, 4, 10 ਪਤਾ ਨਹੀਂ ਕਿੰਨੇ ਲੱਖ ਰੁਪਇਆ ਬਿਨਾਂ ਜਾਣਕਾਰੀ ਦੇ, ਬਿਨਾਂ
कोई ਉਹਦੀ ਕੋਕ ਪੜਤਾਲ ਕੀਤਿਆਂ ਬਿਨਾਂ ਤੁਸੀਂ ਰਿਸਰਚ ਕੀਤਿਆਂ ਤੁਸੀਂ ਉੱਥੇ ਦੇ ਦਿੰਦੇ ਆ। ਲੇਕਿਨ ਉਹੀ ਕੰਮ ਸਾਡੇ ਐਂਡ ਤੋਂ ਹੁੰਦਾ ਹੈ ਬਿਲਕੁਲ, ਜਿਹਦੇ ਵਿੱਚ ਕਿ ਅਸੀਂ ਐਸ ਪਰ ਦਾ ਰੂਲਸ, ਸਗੋਂ ਜਦੋਂ ਸਾਡੇ ਵੱਲੋਂ ਫਾਈਲਸ ਲੱਗਦੀਆਂ ਨੇ ਅਸੀਂ ਕੋਈ ਸਟਾਫ ਨਹੀਂ ਰੱਖਦੇ। ਸਾਡਾ ਤਾਂ ਜਿੱਦਾਂ ਇੱਕ ਡਾਕਟਰ ਦਾ, ਇੱਕ ਪ੍ਰੈਕਟੀਸ਼ਨਰ ਦਾ ਕੰਮ ਹੁੰਦਾ ਹੈ ਕਿ ਆਪ ਦਵਾਈ ਦੇਣੀ, ਤੇ ਅਸੀਂ ਖੁਦ ਕੋਲ ਬੈਠ ਕੇ ਫਾਈਲ ਸਾਰੀ ਤਿਆਰ ਕਰਦੇ ਹਾਂ। ਬੱਚੇ ਨੂੰ ਇਕੱਲੀ ਚੀਜ਼ ਦੱਸਦੇ ਹਾਂ ਵੀ ਆਹ ਦੇਖ ਆਹ ਚੀਜ਼ ਹੋ ਰਹੀ ਹੈ, ਆਹ ਚੀਜ਼ ਹੋ ਰਹੀ ਹੈ, ਜਿਹਦੇ ਵਿੱਚ ਵੀ 99% ਕੋਈ ਗਲਤੀ ਹੋਣ ਦਾ, ਕੋਈ ਝੂਠ ਹੋਣ ਦਾ ਮਤਲਬ 1% ਵੀ ਉੱਥੇ ਜਿਹੜੀ ਜਗ੍ਹਾ ਨਹੀਂ ਰਹਿ ਜਾਂਦੀ। ਲੇਕਿਨ ਹੁਣ ਝੂਠ ਦੇ ਬੇਸ 'ਤੇ ਲੋਕਾਂ ਨੇ ਕੋਠੀਆਂ, ਬੰਗਲੇ, ਸਾਡੇ ਲਾਈਨ ਦੇ ਵਿੱਚ ਬਹੁਤ ਕੁਛ ਹੈ। ਜੇ ਤੁਹਾਨੂੰ ਕਹਿ ਦੇਣਗੇ ਵਿਜ਼ਟਰ ਵੀਜ਼ਾ ਹੈਗਾ, ਜਿਹੜਾ ਕਿ ਸਿਰਫ ਔਰ ਸਿਰਫ ਐਮਬੈਸੀ ਫੀਸ 10 ਜਾਂ 15,000 ਰੁਪਏ ਲਾ ਕੇ ਔਰ ਥੋੜ੍ਹੀ ਬਹੁਤੀ 5-10 ਹਜ਼ਾਰ ਰੁਪਏ ਉਹਦੀ ਪ੍ਰੋਸੈਸਿੰਗ ਫੀਸ ਦੇ ਕੇ, ਯਾਨੀ ਕਿ ਜਿਹੜਾ ਕਿ 20 ਤੋਂ 25,000 ਰੁਪਏ ਦਾ ਕੰਮ ਆ, ਉਹ ਲੋਕਾਂ ਨੂੰ 25-25 ਲੱਖ ਵਿੱਚ ਵੀ ਪਰੋਸਿਆ ਜਾ ਰਿਹਾ। ਹਾਲਾਂਕਿ ਉਹ ਚੀਜ਼ ਗਲਤ ਹੈ, ਲੇਕਿਨ ਉਹ ਹੁਣ ਕਈ ਲੋਕ ਕਹਿੰਦੇ ਨੇ ਜੀ ਉਹ ਗਰੰਟੀ ਕੁਛ ਨਹੀਂ ਹੁੰਦੀ। ਹਰੇਕ ਕੰਮ ਦੇ ਆਪਦੇ ਭੇਤ ਨੇ। ਉਹਦੇ ਵਿੱਚ ਕੀ ਕਰਦੇ ਨੇ, ਉਹ ਸਪੋਜ਼ ਕਰੋ 100 ਫਾਈਲਾਂ ਚੱਕ ਲਈਆਂ, ਵੱਡਾ ਦਫ਼ਤਰ ਹੈ, 100 ਫਾਈਲਾਂ ਹੋਣੀਆਂ ਕੋਈ ਵੱਡੀ ਗੱਲ ਨਹੀਂ, ਠੀਕ ਹੈ ਜੀ। 6 ਮਹੀਨੇ 'ਚ ਉਹਨਾਂ ਨੇ ਜੇ 4 ਮਹੀਨਿਆਂ 'ਚ 100 ਫਾਈਲਾਂ ਚੱਕ ਲਈਆਂ, ਉਹ ਲਾਤੀਆਂ, ਉਹਦੇ ਵਿੱਚ ਐਮਬੈਸੀ ਫੀਸ ਭਾਵੇਂ ਕੋਲੋਂ ਲਾਤੀ ਭਾਵੇਂ ਕਿਤੇ ਤੋਂ, ਉਹਦੇ ਵਿੱਚੋਂ ਜੇ 10-20 ਫਾਈਲਾਂ ਲੱਗ ਗਈਆਂ, ਵੀਜ਼ੇ ਆ ਗਏ, ਉਹਨਾਂ ਤੋਂ 25-25 ਲੱਖ ਲੈ ਲਿਆ। ਤੇ ਬਾਕੀ ਤੁਸੀਂ ਜੇ 100 ਫਾਈਲਾਂ ਦੀ ਐਮਬੈਸੀ ਫੀਸ ਦੇ ਹਿਸਾਬ ਨਾਲ ਕਰੋਗੇ, ਤੁਹਾਡਾ 10 ਲੱਖ ਵੀ ਨਹੀਂ ਗਿਆ। ਤੇ ਜਿਹੜਾ ਤੁਸੀਂ 10 ਫਾਈਲਾਂ ਤੋਂ ਤੁਸੀਂ 25-25 ਲੱਖ ਲੈ ਲਿਆ, 2.5 ਕਰੋੜ 3 ਕਰੋੜ ਦੀ 2-3 ਮਹੀਨਿਆਂ ਦੀ ਗੇਮ ਖੇਡ ਲਈ। ਸੋ ਇਹ ਟ੍ਰਿਕ ਨੇ। ਹਾਲਾਂਕਿ ਇਹਦੇ ਵਿੱਚ ਜਿਹੜਾ ਪੈਸਾ ਲਿਆ ਗਿਆ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਉਹਨਾਂ ਨੇ ਬਹੁਤ ਜ਼ਿਆਦਾ ਕੋਈ ਇਨਪੁਟਸ ਪਾਇਆ ਜਾਂ ਉਹਨਾਂ ਦੀਆਂ ਆਫ ਦਾ ਵੇ ਹੋ ਗਈ ਕੋਈ ਸੈਟਿੰਗ ਨੇ ਐਮਬੈਸੀ ਦੇ ਵਿੱਚ, ਜਾਂ ਉਹਨਾਂ ਨੇ ਕੋਈ ਫਾਈਲ ਦੇ ਵਿੱਚ ਕੋਈ ਐਸੀ ਚੀਜ਼ ਪਾਤੀ ਹੈ ਜਿਹੜੀ ਕਿ ਬਸ ਹੋਰ ਕਿਸੇ ਕੋਲ ਹੈ ਹੀ ਨਹੀਂ। ਨਹੀਂ, ਇਹਨੂੰ ਮੈਂ ਕਹਾਂਗਾ ਵਿਹਾਰ ਦੀ ਠੱਗੀ। ਲੋਕਾਂ ਨੂੰ ਭਰਮਾ ਕੇ, ਲੋਕਾਂ ਨੂੰ ਸਭ ਜਵਾਬ ਦਿਖਾ ਕੇ, ਉਹਦੇ ਇਮੋਸ਼ਨਸ ਤੇ ਉਹਦੇ ਪੈਸੇ ਨਾਲ ਖੇਡ ਕੇ ਜਿਹੜਾ ਕੀਤਾ ਜਾਂਦਾ ਹੈ। ਸੋ ਇਹੋ ਜਿਹਾ ਕੰਮ ਹੈ ਜਿਹੜਾ ਉਹ ਹੁਣ ਕਈਆਂ ਦੀ ਤਾਂ ਦੇਖੋ ਜਦੋਂ ਬਚਪਨ 'ਚੋਂ ਆਪਾਂ ਵੱਡੇ ਹੁੰਦੇ ਹਾਂ, ਕਈਆਂ ਦੀ ਜਿਹੜੀਆਂ ਫਾਊਂਡੇਸ਼ਨਸ ਨੇ ਜਾਂ ਜਿਨ੍ਹਾਂ ਦੇ ਤੁਸੀਂ ਕਹਿ ਲਓ ਆਪਣੇ ਉਹਨੂੰ ਮੈਂ ਪੰਜਾਬੀ ਭਾਸ਼ਾ 'ਚ ਕਹਾਂਗਾ ਕਿ ਜਿਹੜੇ ਸੰਸਕਾਰ, ਤੁਹਾਡੇ ਸੰਸਕਾਰ ਕਿਹੋ ਜਿਹੇ, ਤੁਹਾਡੀ ਖਾਨਦਾਨੀ ਕਿਹੋ ਜਿਹੀ ਹੈ, ਤੁਸੀਂ ਜ਼ਿੰਦਗੀ 'ਚ ਕਿੰਨਾ ਕੁ ਖਾਧਾ ਪੀਤਾ ਹੈ, ਕਿੰਨੇ ਕੁ ਰੱਜੇ ਪੁੱਜੇ ਹੋ, ਪੈਸੇ ਦੀ ਵੈਲਿਊ ਤੁਹਾਡੀ ਇਨਸਾਨਾਂ ਦੇ ਇਮੋਸ਼ਨਸ ਤੋਂ ਵੱਧ ਕੇ ਹੈ ਜਾਂ ਘੱਟ ਕੇ ਹੈ, ਜਾਂ ਪੈਸਾ ਤੁਹਾਡੇ ਲਈ ਹੀ ਮਾਇਨੇ ਰੱਖਦਾ ਹੈ ਕਿ ਇਨਸਾਨੀਅਤ ਮਾਇਨੇ ਰੱਖਦੀ ਹੈ, ਕਿਉਂਕਿ ਐਂਡ 'ਤੇ ਸਾਰਿਆਂ ਨੇ ਉਸੇ ਦਰ 'ਤੇ ਜਾਣਾ। ਠੀਕ ਹੈ। ਤੇ ਜੇ ਇਹ ਸੱਚ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਆਪਾਂ ਪ੍ਰੈਕਟੀਕਲੀ ਉਹਨੂੰ ਆਪ ਦੇ ਲਾਈਫ ਦੇ ਵਿੱਚ ਅਡੈਪਟ ਕਰਦੇ ਹਾਂ। ਹੁਣ ਨੰਬਰ 2 ਗੱਲ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਆਪਣੀ ਰੋਜੀ ਰੋਟੀ ਨਾ ਕਮਾਓ, ਮੇਰਾ ਇਹ ਮੰਨਣਾ ਹੈ ਠੀਕ ਹੈ ਜਿੱਥੇ ਤੁਸੀਂ 20 ਲੈਣਾ 50 ਲੈ ਲਓ, ਤੁਹਾਡੀ ਮਿਹਨਤ ਅੱਜ ਕੱਲ੍ਹ ਲੈ ਲਓ, ਕੋਈ ਗੱਲ ਨਹੀਂ, ਪਰ ਤੁਸੀਂ ਸਾਹਮਣੇ ਵਾਲੇ ਦੀ ਕੈਪੈਸਿਟੀ ਵੇਖ ਕੇ ਵੀ ਲਓ। ਕਈ ਵਾਰੀ ਸਾਹਮਣੇ ਵਾਲਾ ਬੰਦਾ ਮਤਲਬ ਮੇਰਾ ਟੌਪਿਕ ਹਾਲਾਂਕਿ ਇਹ ਨਹੀਂ ਹੈਗਾ, ਮੈਂ ਆਪਣੇ ਟੌਪਿਕ 'ਤੇ ਤਾਂ ਗੱਲ ਕਰ ਰਿਹਾ ਕਿਉਂਕਿ ਮੇਰੀ ਇਹ ਫੀਲਡ ਨਾਲ ਰਿਲੇਟਡ ਹੈ, ਮੈਂ ਉੱਥੋਂ ਤੁਹਾਨੂੰ ਐਗਜ਼ਾਮਪਲਸ ਕੱਢ ਕੇ ਦੇ ਰਿਹਾ। ਹੁਣ ਇੱਕ ਬੱਚਾ ਆ, ਉਹ ਬੱਚਾ ਵਿਚਾਰਾ ਲੋਨ ਕਰਾ ਰਿਹਾ ਸਾਡੀ ਲਾਈਨ ਦੇ ਵਿੱਚ, ਉਹਨੇ ਘਰ ਗਿਰਵੀ ਰੱਖਤਾ, 50 ਗਜ ਦੀ ਕੋਠੀ ਹੈ, ਪਿਓ 16,000 ਰੁਪਇਆ ਮਹੀਨੇ 'ਤੇ ਲੱਗਾ, ਮਾਂ ਦੇ ਕੋਲ ਗਹਿਣਾ ਗੱਟਾ ਸਾਰਾ ਲਾਤਾ, ਰਿਸ਼ਤੇਦਾਰਾਂ ਤੋਂ ਮੰਗ ਤੰਗ ਕੇ ਲਾਤਾ। ਹੁਣ ਉਸ ਬੱਚੇ ਤੋਂ ਜੇ ਮੈਂ ਨਜਾਇਜ਼ ਹੀ ਪੈਸੇ ਲਈ ਜਾਵਾਂ, ਠੀਕ ਹੈ, ਜਾਇਜ਼ ਲੈ ਲਓ, ਆਪਦਾ ਹੱਕ ਕਦੀ ਨਾ ਛੱਡੋ, ਪਰ ਨਜਾਇਜ਼ ਵੀ ਨਾ ਲਓ ਕਿ ਤੁਸੀਂ ਅਗਲੇ ਦਾ ਖੂਨ ਹੀ ਪੀ ਲਓ। ਬਿਲਕੁਲ ਜੀ, ਠੀਕ ਹੈ। ਤੇ ਬਸ ਇਹ ਹੈ ਕਿ ਥੋੜ੍ਹਾ ਬਹੁਤਾ ਲੈ ਲਓ, ਲੇਕਿਨ ਹਰ ਇੱਕ ਬੰਦੇ ਨੇ ਦੇਖੋ ਆਪਣੇ ਖੋਲ੍ਹਿਆ ਦੁਕਾਨਦਾਰੀ ਆਪਣੀ ਕਮਾਉਣ ਲਈ, ਰੋਟੀ ਕਮਾਉਣ ਲਈ, ਹੈ ਨਾ। ਤੇ ਜਿਹੜਾ ਵੀ ਕੰਮ ਜੇ ਤੁਸੀਂ ਹੋਰ ਕੋਲ ਜਾਏਗਾ ਤੇ ਉਹਨੇ ਵੀ ਨਹੀਂ ਉਹ ਛੱਡਣਾ ਹੈਗਾ, ਉਹ ਵੀ ਲਏਗਾ ਹੀ। ਪਰ ਠੀਕ ਹੈ, ਫਿਰ ਵੀ ਤੁਸੀਂ ਕਿਤੇ ਨਾ ਕਿਤੇ ਉਹਦੇ ਵਿੱਚ ਇਨਸਾਨੀਅਤ ਨੂੰ ਨਾ ਮਰਨ ਦਿਓ, ਵਿਹਾਰ ਸਹੀ ਰੱਖੋ, ਅਗਲੇ ਦਾ ਕੱਪੜੇ ਨਾ ਪਾੜੋ। ਠੀਕ ਹੈ। ਤੇ ਇਹੀ ਜੇ ਮੈਂ ਇਹ ਤਾਂ ਮੇਰੀਆਂ ਹੁਣ ਪ੍ਰੈਕਟੀਕਲੀ ਜਿਸ 'ਚੋਂ ਕਿੱਤੇ 'ਚੋਂ ਮੇਰੀਆਂ ਐਗਜ਼ਾਮਪਲਸ ਨੇ। ਆਮ ਭਾਸ਼ਾ 'ਚ ਮੈਨੂੰ ਲੱਗਦਾ ਹੈ ਵਿਹਾਰ ਦਾ ਸੱਚੇ ਹੋਣਾ ਕੀ ਮਤਲਬ ਹੈ ਕਿ ਆਪਣਾ ਅੱਖਾਂ ਦਾ ਸ਼ੁੱਧੀਕਰਨ, ਰਿਸ਼ਤੇਦਾਰੀ ਦੇ ਵਿੱਚ, ਰਿਸ਼ਤਿਆਂ ਦੇ ਵਿੱਚ ਸ਼ੁੱਧੀਕਰਨ ਹੋਣਾ, ਠੀਕ ਹੈ, ਵਿਹਾਰ। ਤੇ ਪੈਸੇ ਨੂੰ ਲੈ ਕੇ ਜਿੰਨਾ ਹੋ ਸਕੇ, ਚਲੋ ਅੱਜ ਕੱਲ੍ਹ ਮਹਿੰਗਾਈ ਦਾ ਯੁੱਗ ਹੈ, ਲੈਣ ਕਰਨਾ ਪੈਂਦਾ ਆ, ਕਈ ਵਾਰੀ ਹੋ ਜਾਂਦਾ ਹੈ, ਕਈ ਵਾਰੀ ਅਨਨੈਸੈਸਰਲੀ ਨਹੀਂ ਵੀ ਆਪਾਂ ਲੈ ਲੈਂਦੇ ਹਾਂ ਤੇ ਆਪਣੇ ਤੋਂ ਨਹੀਂ ਵੀ ਮੋੜ ਤੋੜ ਹੁੰਦਾ, ਹੈ ਨਾ, ਜਿਵੇਂ ਦੇ ਹਾਲਾਤ ਨੇ, ਪਰ ਜਾਣ ਬੁੱਝ ਕੇ ਨਾ ਹੋਵੇ ਉਹਦੇ ਵਿੱਚ। ਇਹ ਨਹੀਂ ਹੈ ਵੀ ਤੁਹਾਡੇ ਕੋਲ ਪੈਸਾ ਵੀ ਪਿਆ, ਤੁਸੀਂ ਸਾਹਮਣੇ ਵਾਲੇ ਬੰਦੇ ਦਾ ਦੇਣਾ ਆ, ਪਰ ਤੁਸੀਂ ਦੇ ਵੀ ਨਹੀਂ ਰਹੇ, ਔਰ ਤੁਹਾਡੇ ਕੋਲ ਪੈਸਾ ਇੰਨਾ ਕੁ ਜ਼ਿਆਦਾ ਪਿਆ ਹੈਗਾ ਕਿ ਜੇ ਤੁਸੀਂ ਉਹਦਾ ਦੇ ਦੋਗੇ ਤਾਂ ਤੁਹਾਨੂੰ ਕੋਈ ਨੁਕਸਾਨ ਨਹੀਂ ਹੁੰਦਾ।
ठीक है, एक हद तक। पर जे तुहाडे कोल हाँ वो वक्री गल है कि जे तुहाडे कोल हैगा ही उन्ना क जिन्ना कि तुसीं हजे करना है तो फिर वो गल वक्री है। ठीक है, बाकी ये लैण देण का व्यवहार का सच्चे होना बहुत जरूरी है। तो बाकी मेरा तो यही मनना कि जो सच का राह है, जो तुम सच्ची किसी ने सच्ची गल करके कोई चीज़ बेचते हो या कोई चीज़ तुम करते हो या अगले का कोई रिलेशन बनाने हो या अगले का कोई काम करते हो या तुम अगले को गाइड करते हो, तो वो की होंदा है कि बंदा एक बार तो तुहानूं इदां लगेगा कि शायद ये बंदा मतलब वो बंदा रिएक्ट ही करेगा कि सामने वाला बंदा जो सानूं गल्लां दस रहा है कई बारी कि शायद ये ओवर बोल रहा है या आपदे आप नूं वैसे प्रेजेंट कर रहा है कि मैं सच्चा है या सुच्चा है। लेकिन तुसीं एक चीज़ तुसीं ना लिख लो मेरी कि तुहानूं नींद बड़ी वधिया रात नूं आएगी। हुण मैं कई बारी ना ऐसे गाहक आउंदे ने माता जी कि कई बारी ना मैं मोड़ देना कह देना वा भी रहन दो यार, भी इदा सिस्टम करके सिस्टम है तुसीं रहन दो, है ना, थोड़ा पढ़ता नहीं। पर साडी लाइन च कई बंदे ऐसे ने उन्होंने बस ऑफिस बंदा वड़ना चाहिए आ, उन्होंने उत्थों पैरों तो ही चक लेना। सो तुहानूं ये चीज़ां छड्डनियां चाहिए ने, ये चीज़ां छड्डनियां पैणगियां। आप सरकारों तो बड़ियां कुछ डिमांड्स करते हैं जी, बिजली फ्री कर दो सानूं, फलानी चीज़ फ्री कर दो सानूं, नौकरियां भी दे दो सानूं, ये भी साडी समाज नूं की देण है आम बंदे दी। अपनी सरकारों दी रिस्पोंसिबिलिटीज़ तो आप तय करती किसी नैशनल जी गवर्नमेंट है वो भी आप रिस्पोंसिबिलिटीज़ तय करती भी तुहाडी जिम्मेवारियां ने। हरेक ते आप धब्बा लाउण नूं 2 मिनट लाने भी आ फलाना। साडियां रिस्पोंसिबिलिटीज़ नूं कौन निर्धारित करेगा, कौन फिक्स करेगा कि असी समाज किद्दां रहना है। साडे दी भी फिर कोई बॉडी होनी चाहिए जिहड़ी सानूं कल नूं पुछे भी तुसीं 5 सालां दे विच किसे नाल की कीता। ठीक है, ये जिहड़ियां गल्लां ने, ये गल्लां जो तुसीं इस तरीके नाल चलोगे, मैनूं इदां लगदा है जिहड़े जिस भी धर्म च तुसीं रह रहे हो तुसीं उस दे विच भी वधो फुल्लोगे, तुहाडे ते प्रभु दी परमात्मा दी किरपा होएगी, है ना, ते तुहाडे घर च भी खुशियां ते बरकतां होणगियां ते तुसीं आम समाज दे विच भी तुहाडा जिहड़ा रुतबा तुहाडा रसूख वधेगा भी ये शरीफ बंदा है, ये फलाना बंदा है, ये सच्चा बंदा है। हुण मैं ना एक SSP, मैं नाम नहीं लेना चाहता, SSP सारे रिगार्डेड ने, सारे रिस्पैक्टेड ने अपन, पर जिन्होंने मैं पर्सनली थोड़ा जिहा मैं जिस बार पढ़िया ना अखबार च तो मैंने पता लगा भगवंत मान साहब ने इन्होंने है ना संकूल लाता या किते, तो चलो पता ही होता सारे तो यानी जिहड़ा कोई बंदे का जिहड़ी USP होंदी है ना, साफ सुथरा छवि या एक रिस्पैक्टेड, वो अज नहीं तो कल तो पे करती है। और वो जिहड़ी हुंदी उहदी कीमत ही नहीं होंदी, कीमत तो भी किते अगे दी चीज़ां होंदियां। सो जे आपां सच दे राह ते चल रहे हैं, अपना कार व्यवहार अपना लोगों के नाल बर्ताव ठीक है, अज नहीं तो कल सानूं वो पे ऑफ हो रही है। हुण तुसीं दसो कि जिहड़ियां मैं गल्लां कहियां, हालांकि गल्लां मैं एग्जाम्पल्स वो दित्तियां जो मेरे किते चुने जिन्होंने मैं, पर मैं गल भी उही करदा हुंदा जिहड़ी मैं प्रैक्टिकल हंडाई होवे, मैं लोगों की गल्लां घट करदा उस चीज़ को समझिया होवे, मिलिया वरतिया होवे, जिहदा पता ही नहीं है, ज्ञान ही नहीं है, तो वो असीं किसी नूं की ज्ञान दे सकदा, ये सानूं खुद नूं नहीं पता है। तो बाकी बेटा मेरा भी अपनी जिंदगी का यही तजर्बा है, शुरू तो कि अज की गल नहीं, तो मैं छोटिਆਂ ਤੋਂ ਲੈ के हुण तक भी जिहड़ी गल कर लवां तो मेरी पूरी कोशिश होंदी है कि मैं उस वादे च पूरी उतरां, उस गल जिहड़ी मैं कीती मैं पूरा उतरां। तो बाकी जो भी झूठ तो मैं बहुत डरदी ही भी आने वाले समय वो झूठ पता नहीं तुहानूं कित्थे सिੱਟੇਗਾ, माड़ा कर्म बन जाता है, शरीर से बीमारियां भी आ जांदियां ने, सानूं कई गल्लां दा नहीं पता, असीं आने ते माड़ा नहीं कीता, असीं तां किसी ने कुछ कभी किया ही नहीं, पर क्या हुंदा है गरीब का हक खो के खाना, ठीक है, गरीब नाल बर्ताव माड़ा करना, गरीब का मतलब जो भी होवे तुसीं बिल्कुल वो गरीब सच्चा है, ਉਹਦਾ हक भी बनता तुहाडे कोल कुछ लैण दा जां तुसीं देना भी होवे, ਉਹਦਾ बल्कि मैं कहनी आ कुछ वध दिओ, गरीब की सीस लगी, तुहाडा सारा घर परिवार विच भी खुशहाली रहेगी, खुशी रहेगी, तो तुहाडे दी आत्मा नूं शांति मिलेगी। असीं गरीब
ਖੁਸ਼ ਕੀਤਾ, ਉਹਦੇ ਚਿਹਰੇ 'ਤੇ ਖੁਸ਼ਹਾਲੀ ਆਈ ਹੈ ਤੇ ਤੁਹਾਨੂੰ ਬਹੁਤ ਹੀ ਮਜ਼ਾ ਆਏਗਾ। ਤੇ ਇਹ ਭੁੱਖ ਜਿਹੜੀ ਹੈ ਨਾ, ਉਹ ਮਾਲਕ ਕੱਢਦਾ ਹੈ। ਜੇ ਤੁਸੀਂ ਕੁਝ ਤੁਹਾਨੂੰ ਰੱਬ ਨੇ, ਮਾਲਕ ਨੇ ਦਿੱਤਾ ਵੀ ਸਾਰਾ ਕੁਛ, ਉਹਦੇ ਵਿੱਚੋਂ ਕੁਛ ਤੁਸੀਂ ਦਾਨ ਵੀ ਕਰ ਦਿਓਗੇ, ਕਿਸੇ ਗਰੀਬ ਨੂੰ ਕੁਛ ਦੇ ਵੀ ਦਿਓਗੇ, 4 ਪੈਸੇ ਵੱਧ ਵੀ ਦੇ ਦਿਓਗੇ, ਤਾਂ ਮਾਲਕ ਪਤਾ ਨਹੀਂ ਤੁਹਾਨੂੰ ਦੁੱਗਣੇ ਕਰਕੇ ਤਿੱਗਣੇ ਕਰਕੇ ਤੁਹਾਡੇ ਘਰ ਪਰਿਵਾਰ ਨੂੰ ਫਿਰ ਦੇ ਦੇਵੇ। ਤੇ ਮੈਨੂੰ ਤੇ ਉਹਨੇ ਲੈ ਕੇ ਖੁਸ਼ੀ ਨਹੀਂ ਹੁੰਦੀ ਜਿੰਨੀ ਮੈਨੂੰ ਗਰੀਬਾਂ ਨੂੰ, ਲੋੜਵੰਦਾਂ ਨੂੰ ਦੇ ਕੇ ਖੁਸ਼ੀ ਹੁੰਦੀ ਹੈ। ਤੇ ਮੇਰਾ ਤਾਂ ਇਹੀ ਹੈ ਕਿ ਜ਼ਰੂਰ ਕਰੋ, ਗਰੀਬਾਂ ਦੀ ਮਦਦ ਕਰੋ, ਸਹਾਇਤਾ ਕਰੋ, ਤੇ ਰੱਬ ਤੋਂ ਹਮੇਸ਼ਾ ਡਰੋ, ਕਿਸੇ ਨੂੰ ਗਲਤ ਨਾ ਬੋਲੋ। ਗਲਤ ਜਿਹੜਾ ਸ਼ਬਦ ਮੂੰਹੋਂ ਇੱਕ ਵਾਰ ਜੇ ਨਿਕਲ ਗਿਆ, ਉਹ ਦੁਬਾਰਾ ਨਹੀਂ ਤੁਹਾਡੇ ਵਾਪਸ ਆਏਗਾ। ਤੇ ਸਿਆਣੇ ਦੀ ਵੀ ਕਹਾਵਤ ਹੈ ਵੀ ਜੋ ਤਲਵਾਰ ਦਾ ਜ਼ਖਮ ਹੁੰਦਾ ਉਹ ਤਾਂ ਕਦੇ ਆਉਣ ਵਾਲੇ ਸਮੇਂ 'ਚ ਮਿਟ ਜਾਂਦਾ ਹੈ, ਤੇ ਜੋ ਜ਼ੁਬਾਨ ਦਾ ਕਿਸੇ ਨੂੰ ਗਲਤ ਬੋਲ ਦਿੰਦੇ ਆ, ਉਹ ਜ਼ਿੰਦਗੀ ਭਰ ਤੁਹਾਡੇ ਦਿਲ ਦੇ ਉੱਤੇ ਛਾਇਆ ਰਹਿੰਦਾ। ਉਹ ਆਦਮੀ ਜਿਹਦੇ ਨਾਲ ਤੁਹਾਡਾ ਕੁਛ ਇੱਦਾਂ ਦਾ ਗੁੱਸੇ ਰਾਜੀ ਵਾਲਾ ਕੋਈ ਕੰਮ ਹੋ ਜਾਂਦਾ, ਤੁਹਾਡੇ ਦਿਮਾਗ 'ਚ ਹੀ ਰਹੇਗਾ, ਨਹੀਂ ਚੰਗਾ ਤਾਂ ਜ਼ਰੂਰ ਹੈ, ਪਰ ਇਹਨੇ ਮੈਨੂੰ ਫਲਾਣੇ ਵੇਲੇ ਇਹ ਗੱਲ ਕਹੀ, ਨਹੀਂ ਹੁਣ ਤਾਂ ਠੀਕ ਹੈ, ਪਰ ਉਹ ਗੱਲ ਨਹੀਂ ਮੇਰੇ ਦਿਮਾਗ 'ਚ ਜਾਂਦੀ। ਦਿਲ 'ਚ ਗੱਲਾਂ ਰਹਿ ਜਾਂਦੀਆਂ, ਉਹ ਦਿਲ 'ਤੇ ਗੱਲਾਂ ਹਮੇਸ਼ਾ ਉਸ ਰੋੜ ਵਾਂਗ ਉਹ ਰੜਕਦੀਆਂ ਰਹਿੰਦੀਆਂ ਨੇ। ਤੇ ਮੇਰੇ ਭੈਣ ਭਰਾਵਾਂ, ਮੈਂ ਤਾਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਸ਼ਾਇਦ ਜ਼ਖਮ ਵੀ ਪਰਜੜ ਕੇ ਪੈਸੇ ਦਾ ਲੈਣ ਦੇਣ ਵੀ ਕਿਤੇ ਨਾ ਕਿਤੇ ਜ਼ਿੰਦਗੀ 'ਚ ਪੂਰਾ ਹੋਊਗਾ। ਹਰ ਜੇ ਤੁਸੀਂ ਕਿਤੇ ਪਿਛੜੇ ਹੋ, ਤੁਸੀਂ ਅੱਗੇ ਵੀ ਆ ਜਾਓਗੇ, ਤੁਸੀਂ ਸਮਾਜਿਕ ਤੌਰ 'ਤੇ ਵੀ ਇੱਕ ਦੂਜੇ ਦੇ ਬਰਾਬਰ ਖੜ ਜਾਓਗੇ ਕਿਤੇ ਨਾ ਕਿਤੇ। ਹਾਂਜੀ। ਪਰ ਜਿਹੜਾ ਤੁਸੀਂ ਮਾੜੇ ਸਮੇਂ ਦੇ ਵਿੱਚ ਜਿਹੜੇ ਬੋਲ ਬੋਲੇ ਹੋਣਗੇ, ਉਹ ਜਿਹੜੇ ਤੁਸੀਂ ਜਿਸ ਇਨਸਾਨ ਨੂੰ ਬੋਲੇ ਹੋਣਗੇ, ਤੁਹਾਨੂੰ ਖੁਦ ਹੀ ਉਸ ਚੀਜ਼ ਨੂੰ ਲੈ ਕੇ ਸ਼ਰਮਿੰਦਗੀ ਆ ਜਾਏਗੀ ਕਿ ਕਾਸ਼ ਮੈਂ ਨਾ ਬੋਲੇ ਹੁੰਦੇ। ਉਹ ਜਦੋਂ ਇਹ ਸਾਹਮਣੇ ਆਊਗਾ, ਤੁਹਾਨੂੰ ਫੱਟ ਦੇਣੇ ਉਹੀ ਹੀ ਬੋਲ ਰੜਕੇਗਾ, ਇਹਨੇ ਮੈਨੂੰ ਇਹ ਤਾਨਾ ਮਾਰਿਆ, ਇਹ ਮੈਨੂੰ ਮੇਣਾ ਮਾਰਿਆ। ਹਾਲਾਂਕਿ ਜਦੋਂ ਆਪਾਂ ਕਿਸੇ ਨੂੰ ਮਾੜਾ ਬੋਲਦੇ ਆ ਨਾ, ਤੇ ਆਪਾਂ ਨੂੰ 5 ਮਿੰਟ 'ਚ ਹੀ ਪਤਾ ਲੱਗ ਜਾਂਦਾ ਕਿ ਮੇਰੇ ਤੋਂ ਗਲਤ ਬੋਲਿਆ ਗਿਆ। ਪਰ ਇੱਕ ਆਪਣੀਆਂ ਈਗੋਜ਼ ਹੁੰਦੀਆਂ ਨੇ ਕਿ ਜਿਹਦੇ ਕਰਕੇ ਆਪਾਂ ਆਪਣੀ ਹੇਠੀ ਨਹੀਂ ਲੈ ਕੇ, ਮਤਲਬ ਹੇਠੀ ਨਹੀਂ ਮੰਨਦੇ, ਤੇ ਆਪਾਂ ਕਿਤੇ ਨਾ ਕਿਤੇ ਅੰਦਰੋਂ ਕਿਤੇ ਨਾ ਕਿਤੇ ਮਤੇ ਹੋ ਕੇ ਅੜੇ ਰਹਿੰਦੇ ਹਾਂ। ਸੋ ਇਹ ਚੀਜ਼ ਜੇ ਆਪਾਂ ਆਪਣਾ ਨੂੰ ਪਤਾ ਲੱਗ ਜਾਏ ਕਿ ਆਪਣੇ ਤੋਂ ਕੋਈ ਮਾੜਾ ਬੋਲਿਆ ਗਿਆ ਹੈ, 10 ਮਿੰਟ ਬਾਅਦ ਬੰਦੇ ਨੂੰ ਬੁਲਾ ਕੇ ਜੇ ਉਹਦੇ ਨਾਲ ਆਪਾਂ ਦਿਲ ਖੋਲ੍ਹ ਲਈਏ, ਤੇ ਮੈਨੂੰ ਲੱਗਦਾ ਹੈ ਜਿਹੜਾ ਜ਼ਖਮ ਹੁੰਦਾ ਨਾ, ਉਹਨੂੰ ਹੋਰ ਨਹੀਂ ਹਰਾ ਹੁੰਦਾ, ਉਹ ਉੱਥੇ ਭਰ ਜਾਂਦਾ, ਤੇ ਉਹਨੂੰ ਭਰ ਵੀ ਦੇਣਾ ਚਾਹੀਦਾ। ਜੇ ਖੱਡੇ ਹੋ ਜਾਂਦੇ ਨੇ ਤਾਂ ਖੱਡਿਆਂ ਨੂੰ ਭਰੀ ਚੱਲੋ। ਇਹ ਕਈ ਵਾਰ ਗਲਤੀ ਨਾਲ ਹੀ ਸਾਡੇ ਮੂੰਹ ਤੋਂ ਥੋੜ੍ਹਾ ਜਿਹਾ ਸਾਨੂੰ ਗੁੱਸਾ ਆ ਗਿਆ, ਵੱਧ ਘੱਟ ਅਸੀਂ ਥੋੜ੍ਹਾ ਜਿਹਾ ਗਰਮ ਬੋਲ ਦਿੰਦੇ ਹਾਂ, ਪਰ ਇੰਨਾ ਤਾਂ ਨਹੀਂ ਬੋਲਣਾ ਚਾਹੀਦਾ। ਪਰ ਉਸੇ ਟਾਈਮ ਉਸ ਆਦਮੀ ਨੂੰ ਕੋਲੋਂ ਮਾਫੀ ਮੰਗ ਲੈਣੀ ਚਾਹੀਦੀ, ਉਸੇ ਟਾਈਮ ਵੀ ਮੇਰੇ ਤੋਂ ਗਲਤੀ ਹੋ ਗਈ ਹੈ, ਮੇਰੇ ਤੋਂ ਕੁਛ ਬੋਲਿਆ ਗਿਆ ਹੈ, ਮੈਨੂੰ ਨਹੀਂ ਪਤਾ ਲੱਗਾ, ਤੇ ਉਹ ਫਿਰ ਵੀ ਹੋ ਸਕਦਾ ਉਸ ਟਾਈਮ 'ਤੇ ਤੁਹਾਡਾ ਗੁੱਸਾ ਕੁਛ ਢਲ ਜਾਵੇ ਵੀ ਇਹਨੇ ਮਾਫੀ ਮੰਗ ਲਈ। ਜੇ ਉਹ ਜਿਹਨੂੰ 6 ਸਾਲਾਂ ਦੇ ਸਾਲ ਪਹਿਲਾਂ ਤੁਸੀਂ ਲੜਾਈ ਕੀਤੀ, ਫਿਰ ਤੁਸੀਂ ਦੂਰ ਹੋ ਗਏ, ਮੁੜ ਕੇ ਤੁਸੀਂ ਦੁੱਖ ਸੁੱਖ ਦੇ ਮਿਲਣੋਂ ਵੀ ਗਏ, ਵਰਤਣੋਂ ਵੀ ਗਏ, ਤੇ ਇੱਕ ਜ਼ਿੰਦਗੀ ਦਾ ਤਾਂ ਘੜੀ ਦਾ ਪਤਾ ਨਹੀਂ, ਉਹ ਆਉਣ ਵਾਲੇ 10 ਸਾਲ ਆਉਣੇ ਵੀ ਹਨ ਕਿ ਨਹੀਂ, 5 ਸਾਲ ਆਉਣੇ ਵੀ ਹੈ, ਪਤਾ ਨਹੀਂ ਕਿਹੜਾ ਕਦੋਂ ਕਿੱਥੇ ਉਸ ਸਮਾਂ ਤੁਹਾਡਾ ਤੇ ਕੀ ਹੋ ਜਾਣਾ ਹੁੰਦਾ। ਤੇ ਇਸ ਕਰਕੇ ਪਿਆਰ ਨਾਲ ਹੀ ਸਾਰਿਆਂ ਨੂੰ ਰਹਿਣਾ ਚਾਹੀਦਾ, ਗਲਤ ਸ਼ਬਦ ਕਿਸੇ ਨੂੰ ਨਹੀਂ ਬੋਲਣਾ ਚਾਹੀਦਾ। ਦੁਨੀਆ ਹੈ ਕਿੰਨਾ ਕੁ ਸਮਾਂ, ਜਿਹੜੇ ਸਾਡੇ ਨਾਲ ਦੇ ਨੇ, ਜਿਹੜੇ ਸਾਡੇ ਬੱਚਿਆਂ ਨੇ, ਅਸੀਂ ਪਤਾ ਨਹੀਂ ਕਿੰਨੇ ਕੁ ਐਸ ਹੋਣ ਤੱਕ ਵੀ ਅਸੀਂ ਸੁਣ ਚੁੱਕੇ ਹਾਂ ਵੀ ਫਲਾਣਾ ਐਂ ਹੋ ਗਿਆ, ਦੂਜਾ ਐਂ ਹੋ ਗਿਆ, ਦੂਜਾ, ਤੇ ਆਪਣਾ ਕੀ ਪਤਾ, ਆਪਣੀ ਕੋਈ ਗਰੰਟੀ ਹੈ, ਘੜੀ ਦੀ ਗਰੰਟੀ, ਬਿੰਦ ਦੀ ਗਰੰਟੀ, ਰਾਤ ਹੈ ਦਿਨ ਹੈ, ਆਉਣਾ ਨਹੀਂ ਆਉਣਾ, ਜਾਂ ਘੜੀ ਹੈ ਕਿ ਨਹੀਂ ਹੈ। ਤੇ ਮੈਂ ਕਹਿੰਦੀ ਹਾਂ ਵੀ ਕਿਸੇ ਦਾ ਦਿਲ ਨਾ ਦਿਖਾਓ, ਦਿਲ ਦਿਖਾਉਣਾ ਬਹੁਤ ਮਾੜੀ ਚੀਜ਼ ਹੈ। ਤੇ ਜਿੱਥੋਂ ਤੱਕ ਹੋ ਗਏ ਕਿਸੇ ਦੇ ਗਰੀਬ ਦਾ, ਕਿਸੇ ਦੀ ਬਦਦੁਆ ਨਾ ਲਵੋ, ਕਿਸੇ ਨੂੰ ਖੁਸ਼ੀ ਦੇ ਸਕਦੇ ਹੋ, ਸੱਚੇ ਦਿਲੋਂ ਖੁਸ਼ੀ ਦਿਓ। ਤੇ ਹੁਣ ਜਿਹੜਾ ਸੇਵਾ ਦੀ ਜਿਹੜੀ ਗੱਲ ਹੈ ਨਾ, ਟੌਪਿਕ ਇਹ ਆਪਾਂ ਕਰਾਂਗੇ ਕੱਲ੍ਹ ਨੂੰ, ਕਿਉਂਕਿ ਇਹ ਬਹੁਤ ਵਧੀਆ ਵੱਡਾ ਟੌਪਿਕ ਹੈ, ਤੇ ਇਹਦੇ ਵਿੱਚ ਮੈਸੇਜ ਵੀ ਬਹੁਤ ਅੱਛੇ ਜਾ ਸਕਦੇ ਨੇ। ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਸੀਗਾ, ਉਹ ਆਈ ਥਿੰਕ ਆਪਾਂ ਲਗਭਗ ਪੂਰਾ ਕਰ ਲਿਆ ਹੈ। ਹਾਲਾਂਕਿ ਇਹ ਟੌਪਿਕ ਬਹੁਤ ਵੱਡਾ ਹੈ, ਇਸ 'ਤੇ ਬਹੁਤ ਜ਼ਿਆਦਾ ਹੋਰ ਬੋਲਿਆ ਜਾ ਸਕਦਾ ਹੈ, ਪਰ ਫਿਰ ਵੀ ਅੱਜ ਜਿਹੜਾ ਸਾਡਾ ਟੌਪਿਕ ਸੀਗਾ ਉਹ ਸਾਡਾ ਸੀਗਾ ਕਿ ਸਾਨੂੰ ਵਿਹਾਰ 'ਤੇ ਸੱਚੇ ਹੋਣਾ ਚਾਹੀਦਾ, ਤੇ ਜ਼ੁਬਾਨ ਦੇ ਸਾਨੂੰ ਸੱਚੇ ਹੋਣਾ ਚਾਹੀਦਾ, ਲੋਕਾਂ ਦਾ ਸਾਡਾ ਵਿਹਾਰ ਕਿਹੋ ਜਿਹਾ ਹੋਣਾ ਚਾਹੀਦਾ, ਤੇ ਮਾੜੇ ਬੋਲ ਸਾਨੂੰ ਕਿਸੇ ਨਾਲ ਨਹੀਂ ਬੋਲਣੇ ਚਾਹੀਦੇ।
ਸਾਨੂੰ ਮਿੱਠਾ ਬੋਲਣਾ ਚਾਹੀਦਾ, ਪਿਆਰ ਨਾਲ ਰਹਿਣਾ ਚਾਹੀਦਾ ਲੋਕਾਂ ਦੇ ਨਾਲ। ਜ਼ਿੰਦਗੀ ਇੱਕ ਹੈ, ਕੁਛ ਨਹੀਂ ਪਤਾ ਕਦੋਂ ਕਿੱਥੇ ਦਾ ਮੁਕਾਮ ਆ ਜਾਏ। ਸੋ ਆਪਾਂ ਬਾਅਦ 'ਚੋਂ ਪਛਤਾਈਏ, ਕੋਈ ਚਿਹਰਾ ਦੁਨੀਆ 'ਚੋਂ ਚਲਾ ਜਾਏ। ਬਾਕੀ ਪੁੱਤਰ ਜਦੋਂ ਇਹ ਦੁਨੀਆ ਛੱਡਣੀ ਹੈ, ਜੇ ਅਸੀਂ ਚੰਗਾ ਬਣ ਕੇ ਚੰਗਾ ਮਿਲ ਵਰਤਨ ਰੱਖ ਕੇ ਇਹ ਦੁਨੀਆ ਨੂੰ ਛੱਡਾਂਗੇ ਤੇ ਮਰਨ ਤੋਂ ਬਾਅਦ ਵੀ ਬੱਲੇ ਬੱਲੇ। ਤੇ ਜੇ ਅਸੀਂ ਨਹੀਂ ਤੇ ਜਿੰਦੇ ਜੀ ਤੁਸੀਂ ਖੁੰਝੇ ਹੀ ਲੱਗੇ ਰਹੋਗੇ, ਅਗਲਾ ਤੁਹਾਡਾ ਮੱਥਾ ਨਹੀਂ ਦੇਖਣਾ ਪਊਗਾ ਵੀ ਇਹ ਛੱਡੋ ਇਹਦੇ ਮੱਥੇ ਕੀ ਲੱਗਣਾ ਹੈ, ਇਹ ਬੰਦਾ ਇੱਦਾਂ ਦਾ ਹੈ, ਇਹ ਚੁਗਲਖੋਰ ਹੈ, ਇਹ ਝੂਠ ਮਾਰਦਾ ਹੈ, ਇਹ ਵਰਤਾਓ ਦਾ ਮਾੜਾ ਹੈ। ਤੇ ਉਹ 7 ਕਦਮਾਂ ਤੁਹਾਡੇ ਤੋਂ ਇੱਧਰ ਦੀ ਜਾਏ ਉਹ ਇੱਧਰ ਨਿਕਲ ਜਾਊਗਾ ਤੇ ਤੁਹਾਡੇ ਤੋਂ ਟਲੂਗਾ। ਤੇ ਇੱਦਾਂ ਦਾ ਆਪਣੇ ਬਣਨਾ ਕਿਉਂ? ਆਪੋ ਆਪਣਾ ਖਾਣਾ ਜਿੱਦਾਂ ਮਾਲਕ ਨੇ ਤੁਹਾਨੂੰ ਦਿੱਤਾ, ਸਭ ਨੂੰ 2 ਰੋਟੀਆਂ ਖਾਣੀਆਂ ਨੇ। ਸੋਨਾ ਦੇ ਖਾ ਕੇ ਕੋਈ ਸੌਂਦਾ ਨਹੀਂ, ਸਾਰਿਆਂ ਨਾਲ ਇਹੋ 2 ਰੋਟੀਆਂ ਨੇ। ਤੇ ਪ੍ਰੇਮ ਪਿਆਰ ਨੂੰ ਆਪਣੇ ਪਰਿਵਾਰ 'ਚ ਖੁਸ਼ੀ ਖੁਸ਼ੀ ਤੁਸੀਂ ਖਾਓ, ਆਪਣੇ ਪਰਿਵਾਰ ਵਿੱਚ ਤੁਸੀਂ ਹੱਸੋ ਖੇਡੋ। ਤੇ ਮੈਂ ਜੋ ਪਹਿਲਾਂ ਬੋਲ ਚੁੱਕੀ ਹਾਂ, ਗਰੀਬਾਂ ਦੀ ਸਹਾਇਤਾ ਉਸੇ ਚੱਲੋ। ਬਾਕੀ ਕੋਈ ਨਹੀਂ, ਇਹ ਟੌਪਿਕ ਜਿਹੜਾ ਸਾਡਾ ਹੈ ਸਹਾਇਤਾ ਵਾਲਾ ਜਾਂ ਸੇਵਾ ਵਾਲਾ ਜਾਂ ਜੋ ਵੀ, ਇਸ 'ਤੇ ਆਪਾਂ ਕੱਲ੍ਹ ਨੂੰ ਗੱਲ ਕਰਾਂਗੇ। ਅੱਜ ਦਾ ਜਿਹੜਾ ਸਾਡਾ ਟੌਪਿਕ ਸੀਗਾ ਉਹੀ ਸੀਗਾ ਕਿ ਲੋਕਾਂ ਨਾਲ ਆਪਾਂ ਸਾਰਿਆਂ ਨਾਲ ਸੱਚੇ ਸੁਥਰੇ ਰਹੀਏ, ਸਾਫ਼ ਤੇ ਸੱਚ ਬੋਲੀਏ, ਕਿਸੇ ਦਾ ਦਿਲ ਨਾ ਦੁਖਾਈਏ, ਕਿਸੇ ਦਾ ਹੱਕ ਨਾ ਖਾਈਏ ਤੇ ਗਰੀਬ ਦਾ ਹੱਕ ਨਾ ਮਾਰੀਏ। ਤੇ ਅਸੀਂ ਵਿਹਾਰ ਦੇ ਅੰਦਰ ਦੇ ਕਿਵੇਂ ਕਿਸ ਤਰੀਕੇ ਨਾਲ ਸੱਚੇ ਬਣੀਏ। ਜੇ ਬੰਦਾ ਵਿਹਾਰ ਦਾ ਸੱਚਾ ਹੁੰਦਾ ਹੈ ਤਾਂ ਸ਼ਾਇਦ ਪਰਮਾਤਮਾ ਨੂੰ ਬਹੁਤ ਛੇਤੀ ਭਾਗ ਲੈਂਦਾ ਹੈ ਤੇ ਦਰਸ਼ਨ ਮੇਲੇ ਵੀ ਸ਼ਾਇਦ ਪਰਮਾਤਮਾ ਫਿਰ ਦਿੰਦਾ ਹੈ। ਸੋ ਥੈਂਕ ਯੂ ਦੋਸਤੋ, ਤੁਸੀਂ ਦੱਸੋ ਤੁਹਾਨੂੰ ਸਾਡੀ ਇਹ ਡਿਸਕਸ਼ਨ ਮਾਂ ਪੁੱਤ ਦੀ ਕਿਵੇਂ ਲੱਗੀ ਤੇ ਆਪਣੇ ਇਨਪੁਟਸ ਵੀ ਦਿਓ। ਤੇ ਅਸੀਂ ਵੀਡੀਓਜ਼ ਨੂੰ ਪਾਉਣੋਂ ਨਹੀਂ ਛੱਡਣਾ, ਚਾਹੇ ਕੋਈ ਇਹਨੂੰ ਹਜੇ ਲਾਈਕ ਕਰੇ ਚਾਹੇ ਨਾ ਕਰੇ। ਇਹਨੂੰ ਅਸੀਂ ਜ਼ਿੰਦਗੀ 'ਚ ਇਸ ਤਰ੍ਹਾਂ ਅਪਣਾ ਲਿਆ ਕਿ ਜਿਸ ਤਰ੍ਹਾਂ ਸਵੇਰੇ ਉੱਠ ਕੇ ਬੰਦਾ ਬਰੱਸ਼ ਕਰਦਾ ਹੈ, ਨਹਾਉਂਦਾ ਹੈ, ਧੋਂਦਾ ਹੈ, ਇਹਨੂੰ ਅਸੀਂ ਜ਼ਿੰਦਗੀ ਦਾ ਅੰਗ ਬਣਾ ਲਿਆ। ਸੋ ਤੁਹਾਨੂੰ ਇਹ ਰਿਕੁਐਸਟ ਹੈ ਜੇ ਤੁਹਾਨੂੰ ਵੀ ਤੁਸੀਂ ਵੀ ਸਾਡੇ ਤੋਂ ਜੇ 2% ਜਾਂ 10% ਮੋਟੀਵੇਟ ਹੁੰਦੇ, ਤੁਸੀਂ ਵੀ ਇਸ ਤਰ੍ਹਾਂ ਦੀ ਵੀਡੀਓਜ਼ ਪਾਇਆ ਕਰੋ। ਹੋ ਸਕਦਾ ਹੈ, ਮੈਨੂੰ ਇੱਦਾਂ ਲੱਗਦਾ ਕਿ ਜ਼ਿੰਦਗੀ 'ਚ ਅੱਗੇ ਜਾ ਕੇ ਸ਼ਾਇਦ ਸਾਡਾ ਇਹਨਾਂ ਚੈਨਲ ਪ੍ਰਮੋਟ ਹੋਏਗਾ, ਮੈਨੂੰ ਇੱਦਾਂ ਲੱਗਦਾ। ਤੇ ਕਿਤੇ ਨਾ ਕਿਤੇ ਹਾਂ ਇਹ ਇਨਕਮ ਵੀ ਜਨਰੇਟ ਕਰਦੇ ਨੇ। ਸੋ ਤੁਸੀਂ ਇੰਸਪਾਇਰ ਹੋ, ਖੁਦ ਵੀ ਆਪਣਾ ਇਸ ਤਰ੍ਹਾਂ ਦੇ ਐਕਸਪੈਰੀਮੈਂਟਸ ਕਰੋ ਤੇ ਸਾਨੂੰ ਵੀ ਦੱਸੋ ਕਿ ਤੁਹਾਨੂੰ ਜਿਹੜਾ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ। ਉਦੋਂ ਤੱਕ ਲਈ ਸਾਨੂੰ ਜੋ ਆ ਗਿਆ ਜੀ, ਥੈਂਕ ਯੂ ਸੋ ਮਚ। ਸਾਡੀ ਵੀਡੀਓ ਦੇਖੀ ਤੇ ਮਿਲਦੇ ਹਾਂ ਫਿਰ ਨਵੀਂ ਵੀਡੀਓ ਦੇ ਨਾਲ।